ਦਸੰਬਰ ਦੇ ਮਹੀਨੇ ਦੇ ਵਿੱਚ ਅਕਸਰ ਰਾਜਨੀਤਿਕ ਲੋਕ ਜਿਹੜੇ ਨੇ ਸਿਆਸੀ ਮੰਚ ਦੇ ਉੱਤੇ ਆਪਣੀ ਪਾਰਟੀਆਂ ਆਪਣਾ ਪ੍ਰਚਾਰ ਕਰਦੇ ਨਜ਼ਰ ਆਉਂਦੇ ਹੁੰਦੇ ਨੇ, ਲੇਕਿਨ ਇਸ ਵਾਰ ਕਿਸਾਨੀ ਸੰਘਰਸ਼ ਨੇ ਕਿਤੇ ਰਾਜਨੀਤਿਕ ਲੋਕਾਂ ਦਾ ਚਾਅ ਠੰਡਾ ਕਰ ਦਿੱਤਾ ਹੈ। ਤਾਂ ਕਿਸਾਨੀ ਮੋਰਚਾ ਇਸ ਵਕਤ ਆਪਣੇ ਚਰਮ ਸੀਮਾ ਤੇ ਹੈ ਔਰ ਲੀਡਰ ਸਾਹਿਬਾਨ ਕਿਤੇ ਨਾ ਕਿਤੇ ਪਿੱਛੇ ਨੇ। ਤੇ ਸਿਮਰਜੀਤ ਸਿੰਘ ਬੈਂਸ ਸਾਡੇ ਨਾਲ ਮੌਜੂਦ ਨੇ। ਬੈਂਸ ਸਾਹਿਬ, ਸਮਝਦੇ ਹੋ ਕਿ ਹੁਣ ਲੀਡਰਾਂ ਦਾ ਫਿਊਚਰ ਜਿਹੜਾ ਭਵਿੱਖ ਖਤਰੇ 'ਚ ਹੈ? ਉਹਨਾਂ ਦਾ ਖਤਰੇ 'ਚ ਹੈ ਜਿਨ੍ਹਾਂ ਨੇ ਰਾਜਨੀਤੀ ਨੂੰ ਧੰਦਾ ਬਣਾਇਆ, ਜਿਨ੍ਹਾਂ ਨੇ ਕਿਸਾਨੀ ਦੇ ਨਾਮ ਦੇ ਉੱਤੇ ਸਿਆਸੀ ਰੋਟੀਆਂ ਸੇਕੀਆਂ, ਜਿਨ੍ਹਾਂ ਨੇ ਕਿਸਾਨ ਨੂੰ ਆਪਣਾ ਟੂਲ ਤੇ ਹਥਿਆਰ ਵੋਟ ਬੈਂਕ ਵਜੋਂ ਯੂਜ਼ ਕੀਤਾ। ਉਹ ਲੋਕ ਜਿਹੜੇ ਆਰਡੀਨੈਂਸਾਂ ਦੇ ਉੱਤੇ ਵਜ਼ਾਰਤ ਮੰਤਰੀ ਪੁਣੇ ਦਾ ਆਨੰਦ ਮਾਣਦੇ ਹੋਏ ਸਾਈਨ ਕਰਦੇ ਆ, ਜਦੋਂ ਪੰਜਾਬ ਦੇ ਲੋਕਾਂ ਦੀ ਨਬਜ਼ ਦੇਖਦੇ ਆ ਤੇ ਫਿਰ ਥੁੱਕ ਚੱਟਣ ਲਈ ਮਜਬੂਰ ਹੋ ਜਾਂਦੇ ਆ। ਉਹਨਾਂ ਲੋਕਾਂ ਦਾ ਵਜੂਦ ਖਤਰੇ 'ਚ ਆ ਜਿਹੜੇ ਇਹ ਬਿਆਨ ਦਿੰਦੇ ਆ ਵੀ ਦਿੱਲੀ ਦੇ ਵਿੱਚ ਕਰੋਨਾ ਅਸੀਂ ਨਹੀਂ ਵੜਨ ਦੇਣਾ, ਜਿਹੜੇ ਅੱਜ ਵਿਧਾਨ ਸਭਾ ਦੇ ਅੰਦਰ ਕਾਪੀਆਂ ਪਾੜ ਰਹੇ ਆ ਤੇ ਸਭ ਤੋਂ ਪਹਿਲਾਂ ਦੇਸ਼ ਦੇ ਅੰਦਰ ਗਜਟ ਨੋਟੀਫਾਈ ਕਰਦੇ ਆ ਇਸ ਕਾਲੇ ਕਾਨੂੰਨ ਨੂੰ। ਉਹਨਾਂ ਦਾ ਵਜੂਦ ਖਤਰੇ 'ਚ ਆ। ਜਿਹੜੇ ਲੋਕ ਕਹਿੰਦੇ ਕੁਛ ਆ ਕਰਦੇ ਕੁਛ ਆ, ਹਾਥੀ ਦੇ ਦੰਦ ਜਿਹੜੇ ਖਾਣ ਵਾਲੇ ਹੋ ਰਿਹਾ, ਜਿਨ੍ਹਾਂ ਲੋਕਾਂ ਲਈ ਦਿਖਾਉਣ ਵਾਲੇ ਹੋਰ, ਉਹਨਾਂ ਦਾ ਵਜੂਦ ਖਤਰੇ 'ਚ ਆ। ਸੋ ਇਸ ਅੰਦੋਲਨ ਦੇ ਵਿੱਚੋਂ ਮੈਨੂੰ ਪੂਰਨ ਉਮੀਦ ਆ ਕਿ ਇਸ ਅੰਦੋਲਨ ਦੇ ਵਿੱਚੋਂ ਕਾਲਾ ਕਾਨੂੰਨ ਤਾਂ ਸਮਾਪਤ ਹੋਣਾ ਹੀ ਹੋਣਾ, ਪਰ ਬਹੁਤ ਵੱਡੀਆਂ ਨਵੀਆਂ ਉਪਜਾਂ, ਬਹੁਤ ਵੱਡੀਆਂ ਨਵੀਆਂ ਇੱਥੋਂ ਪੈਦਾ ਹੋਣਗੀਆਂ। ਕ੍ਰਾਈਸਿਸ ਆਫ ਲੀਡਰਸ਼ਿਪ ਇਨ ਪੰਜਾਬ, ਮੇਰਾ ਖਿਆਲ ਸਹਿਮਤ ਹੋਵੋਗੇ ਤੁਸੀਂ ਮੇਰੇ ਨਾਲ, 5-7% MP MLA ਰਿਪਲੇਸ ਹੁੰਦੇ ਆ, ਬਾਕੀ ਮੋਰ ਦੈਨ 90% ਪਰਮਾਨੈਂਟ ਨਾਮ, ਪਰਮਾਨੈਂਟ ਟੱਬਰ, ਉਹੀ MP, ਉਹੀ MLA, ਉਹੀ ਮਿਨਿਸਟਰ ਤੇ ਉਹੀ ਮੰਤਰੀ ਤੇ ਮੁੱਖ ਮੰਤਰੀ। ਇਹ ਜਿਹੜਾ ਕ੍ਰਾਈਸਿਸ ਆ ਨਾ, ਕਾਲ ਆ ਜਿਹੜਾ ਲੀਡਰਸ਼ਿਪ ਦਾ ਨਵੀਂ ਦਾ, ਇਹ ਵੀ ਟੁੱਟ ਜਾਣਾ। ਪਰ ਉਹ ਲੀਡਰ ਕਹਿੰਦੇ ਸੀ, ਉਹਨਾਂ ਨੂੰ ਪੁੱਛਿਆ ਸੀ ਕਿ 30-30 ਸਾਲ ਤੋਂ ਤੁਹਾਡਾ ਇੱਕ ਪਰਿਵਾਰ ਸੇਵਾ ਕਰ ਰਿਹਾ, ਉਹ ਕਹਿੰਦੇ ਜੀ ਸਾਡੇ ਖੂਨ ਦੇ ਵਿੱਚ ਸੇਵਾ ਲਿਖੀ ਹੈ। ਇਹੀ ਤਾਂ ਹੁਣ ਬਦਲੀ ਹੋਣਾ, ਖੂਨ ਜਿਹੜਾ ਬਦਲੀ ਹੋ ਜਾਣਾ ਨਾ। ਜਿਹੜੇ ਉਹਨਾਂ ਦੇ ਇਹ ਮਨ ਦਾ ਚਾਅ ਗੱਲੇ ਚੌਲ ਹੈਗਾ, ਗੁਰੂ ਦੀ ਅਪਾਰ ਬਖਸ਼ਿਸ਼ ਲਾਜ਼ਮੀ ਹੋਏਗੀ, ਉਹ ਗੱਲੇ ਚੌਲ ਜ਼ਰੂਰ ਲਏਗਾ, ਟੁੱਟੇਗਾ ਉਹਨਾਂ ਦਾ ਇਹ ਹੰਕਾਰ ਕਿ ਸਾਡੇ ਖੂਨ ਦੇ ਵਿੱਚ ਸੇਵਾ ਲਿਖੀ ਹੋਈ। ਜਿਹੜੀ ਉਹ ਸੇਵਾ ਕਰਦੇ ਆ, ਉਹ ਸੇਵਾ ਕਿਸੇ ਦੇ ਕੋਲੋਂ ਕੋਈ ਗੁੱਜੀ ਛਿਪੀ ਨਹੀਂ। ਸੋ ਇਹ ਕਿਸਾਨ ਅੰਦੋਲਨ ਹੈ, ਦੇਖੋ ਲੱਖਾਂ ਦੀ ਗਿਣਤੀ ਦੇ ਵਿੱਚ ਅਣਗਿਣਤ ਸੰਗਤ ਹੈਗੀ ਆ, ਚਾਹੇ ਟਿੱਕਰੀ, ਚਾਹੇ ਇੱਥੇ। ਕੱਲ ਮੈਂ ਰਾਤ ਟਿੱਕਰੀ ਰੋਕ ਕੇ ਆਇਆ, ਕੱਲ ਦਾ ਦਿਨ ਤੇ ਰਾਤ, ਐਂਡ ਇੰਨਾ ਅਨੁਸ਼ਾਸਿਤ, ਕੋਈ ਸ਼ਾਸਨ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਕੋਈ ਸਰਕਾਰ, ਟ੍ਰੈਫਿਕ ਪੁਲਿਸ, ਕੁਛ ਨਹੀਂ ਹੈਗਾ। ਤੁਸੀਂ ਸਮਝਦੇ ਹੋ ਨਾ, ਇਹ ਕੁਦਰਤ ਕਿਰਪਾ ਬਰਸਾ ਰਹੀ ਹੈ। ਕੁਦਰਤ ਦੀ ਕਿਰਪਾ ਕਿਉਂ ਵਰਸ ਰਹੀ ਆ? ਦੇਵੀ ਦੇਵਤਾ, ਰੱਬ ਭਗਵਾਨ ਦੇਖਿਆ ਕਦੇ ਆਪਾਂ? ਨਹੀਂ ਦੇਖਿਆ। ਬਲਿਹਾਰੀ ਕੁਦਰਤ ਵਸਿਆ, ਉਹ ਕੁਦਰਤ 'ਚ ਵਸਦਾ। ਤੇ ਇਹ ਲੋਕ ਕੁਦਰਤ ਦੇ ਪੁਜਾਰੀ ਆ, ਇਹ ਜਿਹੜੇ ਬੈਠੇ ਨਾ ਸੜਕਾਂ ਤੇ ਕੜਕਦੀ ਠੰਡ ਦੇ ਵਿੱਚ, ਕੁਦਰਤ ਦੇ ਪੁਜਾਰੀ। ਇਸ ਕਰਕੇ ਕੁਦਰਤ ਦੀ ਅਪਾਰ ਬਖਸ਼ਿਸ਼, ਕਿਰਪਾ ਇਸ ਅੰਦੋਲਨ ਦੇ ਉੱਤੇ ਆ, ਵੱਡੀਆਂ ਪ੍ਰਾਪਤੀਆਂ ਤੇ ਕੀਰਤੀਮਾਨ ਇਸ ਅੰਦੋਲਨ ਨੇ ਸਥਾਪਿਤ ਕਰਨੇ। ਕੇਜਰੀਵਾਲ ਸਾਹਿਬ ਨੇ ਬੜੇ ਗੁੱਸੇ 'ਚ ਬਿੱਲ ਪਾੜੇ ਆ, ਕਹਿੰਦੇ ਇਹ ਗਏ ਜੀ ਬਿੱਲ। ਜੇ ਦੇਸ਼ ਦੀ ਰਾਜਨੀਤੀ ਦੇ ਅੰਦਰ ਸੱਚ ਦਾ ਝੂਠ ਤੇ ਝੂਠ ਦਾ ਸੱਚ ਸਮਾਰਟ ਵੇ ਦੇ ਨਾਲ, ਤੇ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਪਤਾ ਹੀ ਨਹੀਂ ਲੱਗਣ ਦਿੰਦੀ ਕਿਸੇ ਨੂੰ ਵੀ ਝੂਠ ਕਿੱਦਾਂ ਸੱਚ ਤੇ ਤਬਦੀਲ ਕਰਨਾ ਤੇ ਸੱਚ ਝੂਠ ਦੇ ਵਿੱਚ ਤਬਦੀਲ ਕਰਨਾ। ਅਫਸੋਸ ਆ ਕਿ ਪੰਜਾਬ ਦੇ ਲੋਕਾਂ ਨੇ ਦੋਸਤ 2014 'ਚ ਇਹਨਾਂ ਦਾ ਖਾਤਾ ਪਾਰਲੀਮੈਂਟ ਦੇ ਵਿੱਚ 4 MP ਜਿਤਾ ਕੇ ਖੋਲ੍ਹਿਆ ਸੀ। ਕਾਸ਼ ਕਿਤੇ ਜਦੋਂ ਆਰਡੀਨੈਂਸ ਆਏ ਸੀ, ਦਿੱਲੀ ਵੀ ਹੋਕਾ ਦਿੰਦੀ ਇਹਨਾਂ ਆਰਡੀਨੈਂਸਾਂ ਦੇ ਬਰਖਲਾਫ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਰੱਦ ਕਰਦੀ ਆਰਡੀਨੈਂਸਾਂ ਨੂੰ। ਇੱਕ ਮੈਸੇਜ ਜਾਂਦਾ ਕਿ ਦੇਸ਼ ਦੀ ਕੈਪੀਟਲ ਦੀ ਅਸੈਂਬਲੀ ਦੇ ਵਿੱਚ ਸਰਬਸੰਮਤੀ, ਬਹੁਤ ਸੰਮਤੀ ਦੇ ਨਾਲ ਆਰਡੀਨੈਂਸਾਂ ਨੂੰ ਰੱਦ ਕੀਤਾ ਗਿਆ। ਇਹ ਸਿੰਬੋਲਿਕ ਮੈਸੇਜ ਹੁੰਦਾ ਡੈਮੋਕ੍ਰੇਸੀ ਦੇ ਅੰਦਰ। ਐਂਡ ਇਹ ਸਭ ਤਾਂ ਦੂਸਰੇ ਪਾਸੇ ਜਦੋਂ ਕਿਸਾਨ ਸੰਘਰਸ਼ ਸਟਾਰਟ ਹੁੰਦਾ, ਇਹ ਕਹਿੰਦੇ ਮੈਂ ਨਹੀਂ ਦਿੱਲੀ 'ਚ ਵੜਨ ਦੇਣਾ, ਕਰੋਨਾ ਬੜਾ ਆਇਆ ਹੈ ਬਾਹਰ ਦਿੱਲੀ ਤੋਂ। ਇਹ ਨੌਟੰਕੀਆਂ ਤੇ ਡਰਾਮੇਬਾਜ਼ੀਆਂ ਨੇ। ਇਸ ਅੰਦੋਲਨ ਨੇ ਬਹੁਤ ਸਾਰੇ ਲੀਡਰਾਂ ਨੂੰ, ਪਾਰਟੀਆਂ ਨੂੰ ਭਾਜਣਾ ਪਾਈਆਂ ਹੋਈਆਂ ਵੀ ਸਾਡਾ ਫਿਊਚਰ ਬਣੂਗਾ ਕਿ ਸਾਡੇ। ਦੇਖਿਆ ਅੱਜ ਕੱਲ੍ਹ ਲੀਡਰ ਸਾਹਿਬਾਨ ਜਿਹੜੇ ਨਾ ਬੜੀ ਟੈਨਸ਼ਨ 'ਚ ਹੋਣੇ, ਕਿਉਂਕਿ ਰੈਲੀਆਂ ਨਹੀਂ ਹੋ ਰਹੀਆਂ, ਕਿਤੇ ਮੰਚ ਨਹੀਂ ਮਿਲ ਰਿਹਾ, ਲੀਡਰਾਂ ਦਾ ਭਵਿੱਖ ਖਤਰੇ 'ਚ ਪਾਤਾ ਕਿਸਾਨਾਂ ਨੇ। ਚੰਗੀ ਗੱਲ ਹੈਗੀ ਆ, ਅੰਨਦਾਤਾ ਯਾਰ। ਮੈਂ ਤਾਂ ਇਹ ਕਹਿੰਦਾ ਵੀ ਕੋਈ ਟਿੱਕਿਆ ਥੋੜ੍ਹੀ ਵੀ ਅਸੀਂ MP MLA ਰਹਿਣਾ। ਇਹ ਆਪਣੇ MP MLA, ਮੁੱਖ ਮੰਤਰੀ, ਇਹ ਆਪਣੇ ਬਣਾਉਣ। ਇਹ ਦੂਜਿਆਂ ਦੇ ਦਰਵਾਜ਼ੇ ਕਿਉਂ ਜਾਣ? ਪੰਜਾਬ ਦੇ ਅੰਦਰ ਤੁਸੀਂ ਸਪੋਰਟ ਕਰੋਗੇ? 101%। ਮੈਂ ਤਾਂ ਕਹਿੰਦਾ ਮੇਰੇ ਹਲਕੇ 'ਚੋਂ ਕੋਈ ਇਹਨਾਂ ਨੇ ਪਾਰਟੀ ਬਣਾ ਕੇ ਆਪਣਾ ਕੈਂਡੀਡੇਟ ਖੜਾ ਕਰਨਾ ਹੋਵੇ ਤਾਂ ਮੈਂ ਸਟਾਰ ਕੰਪੇਨਰ ਬਣ ਕੇ ਇਹਨਾਂ ਦੇ ਕੈਂਡੀਡੇਟ ਨੂੰ ਸਪੋਰਟ ਕਰੂੰਗਾ ਵੀ ਯਾਰ ਤੁਸੀਂ ਜਿਤਾਓ। ਠੀਕ ਆ, ਪੰਜਾਬ ਦੇ ਅੰਦਰ ਅੱਜ ਖੇਤੀਬਾੜੀ ਜਿਹੜੀ ਸਾਡੀ ਇਕੋਨਮੀ ਹੈਗੀ ਉਹ ਟੁੱਟਣ ਤੇ ਆ। ਤੁਸੀਂ ਆਪਣਾ
ਕੋਈ ਰਾਜਨੀਤਿਕ ਪਾਵਰ ਦੇ ਵਿੱਚ ਆਓ, ਤੁਸੀਂ ਕਿਸਾਨ ਤੇ ਖੇਤੀਬਾੜੀ ਦੀ ਬਿਹਤਰੀ ਵਾਸਤੇ ਖੁਦ ਤੁਸੀਂ ਤਾਕਤਵਰ ਹੋ ਜਾਓ, ਤਾਂ ਕਿ ਕਿਸੇ ਦੀ ਜ਼ਰੂਰਤ ਨਾ ਹੋਵੇ, ਕਿਸੇ ਕਾਰਪੋਰੇਟ ਘਰਾਣੇ ਦੀ ਜ਼ਰੂਰਤ ਨਾ ਹੋਵੇ ਉਹ ਤੁਹਾਡੀ ਸੰਗੀ ਨੂੰ ਹੱਥ ਪਾ ਜਾਵੇ। ਪਰ ਕਾਰਪੋਰੇਟ ਘਰਾਣਿਆਂ ਦੀ ਤੁਸੀਂ ਗੱਲ ਕੀਤੀ ਹੈ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਬਾਰ-ਬਾਰ ਇੱਕੋ ਗੱਲ ਕਹਿ ਰਹੇ ਨੇ ਕਿ ਬਿੱਲ ਬਹੁਤ ਚੰਗੇ ਨੇ। ਉਹਨਾਂ ਦੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਪੰਜਾਬ ਦੀ ਗੱਲ ਕਰੀਏ ਤਾਂ ਸੁਹੀਲੇ ਗਾਉਂਦੇ ਨੇ ਕਿ ਇਸ ਤੋਂ ਵਧੀਆ ਚੀਜ਼ ਕਿਸਾਨਾਂ ਨੂੰ ਨਹੀਂ ਬਣ ਸਕਦੀ, 8-8 ਗੁਣਾ ਤੱਕ ਆਮਦਨ ਹੋ ਜਾਏਗੀ। ਪਰ ਕਿਸਾਨ ਜਿਹੜੇ ਨੇ ਪੰਜਾਬ ਦੇ ਸਿਆਸੀ ਆਗੂਆਂ ਦੇ ਹੱਥੇ ਚੜ ਗਏ ਨੇ। ਗਲਤ ਕਹਿ ਰਹੇ ਆ ਉਹ, 100% ਗਲਤ ਕਹਿ ਰਹੇ ਆ। ਜੇ ਬਿੱਲ ਇੰਨੇ ਚੰਗੇ ਹੋਣ ਤੇ ਅੱਜ ਉਹ ਮੋਦੀ ਸਾਹਿਬ ਜਿਹੜੇ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਕਹਿੰਦੇ ਸੀ ਨਾ 370 ਦੇ ਵਿੱਚ ਤੇ ਨਾ ਖੇਤੀ ਸੁਧਾਰ ਕਾਨੂੰਨਾਂ ਦੇ ਵਿੱਚ ਇੱਕ ਸ਼ਬਦ ਦੀ ਵੀ ਸੋਧ ਨਹੀਂ ਕਰਨੀ ਮੈਂ, ਅੱਜ ਕੀ ਕਹਿ ਰਹੇ ਆ? ਉਹ ਅੱਜ ਕਹਿੰਦੇ ਆ ਸਿਰਫ ਤੇ ਸਿਰਫ ਸਿਰਲੇਖ ਛੱਡ ਦਿਓ, ਸਿਰਫ ਤੇ ਸਿਰਫ ਕਾਨੂੰਨ ਦਾ ਨਾਮ ਛੱਡ ਦਿਓ, ਬਾਕੀ ਜੋ ਮਰਜ਼ੀ ਸੋਧ ਕਰਾ ਲਓ। ਜੇ ਚੰਗਿਆ ਤੇ ਸੋਧ ਤੇ ਕਿਉਂ ਆ ਗਏ ਤੁਸੀਂ? ਇਹ ਕਨਸਟੀਟਿਊਸ਼ਨਲ ਇੱਕ ਵੱਡੀ ਪੱਧਰ ਦੇ ਉੱਤੇ ਦੇਸ਼ ਦੇ ਅੰਦਰ ਇੱਕ ਐਸੀ ਮੁਸੀਬਤ ਖੜੀ ਕਰ ਦਿੱਤੀ ਇਹਨਾਂ ਨੇ। ਸੰਵਿਧਾਨਕ ਤਾਕਤ ਜਿਹੜੀ ਸਟੇਟਾਂ ਦੇ ਕੋਲੇ ਸੀ ਉਹ ਕੇਂਦਰ ਨੇ ਵਰਤ ਲਈ। ਹੁਣ ਜੇ ਕੱਲ ਨੂੰ ਕੋਈ ਸੂਬੇ ਦੀ ਸਰਕਾਰ ਇਹ ਕਵੇ ਵੀ ਅਸੀਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ, ਅਸੀਂ ਸਟੇਟ ਪੰਜਾਬ ਬਾਰਡਰ ਸਟੇਟ ਹੈਗੀ ਆ, ਵੀ ਅਸੀਂ ਸਰਹੱਦਾਂ ਦੀ ਰਾਖੀ ਖੁਦ ਕਰਨੀ ਹੈ, ਅਸੀਂ ਟ੍ਰੇਨਾਂ ਖੁਦ ਚਲਾਉਣੀਆਂ ਨੇ, ਇਹ ਸੰਵਿਧਾਨਕ ਸੰਕਟ ਖੜੇ ਹੋ ਗਏ। ਸੰਵਿਧਾਨ ਦੇ ਅੰਦਰ ਤਾਕਤਾਂ ਦੀ ਵੰਡ ਕੀਤੀ ਗਈ ਆ ਕਿ ਕਿਹੜੇ ਸਬਜੈਕਟ ਦੇ ਉੱਤੇ ਕੇਂਦਰ ਨੇ ਕਾਨੂੰਨ ਬਣਾਉਣਾ, ਕਿਹੜੇ ਸਬਜੈਕਟ ਦੇ ਉੱਤੇ ਸੂਬਿਆਂ ਨੇ ਕਾਨੂੰਨ ਬਣਾਉਣਾ। ਖੇਤੀਬਾੜੀ ਤੇ ਖੇਤੀਬਾੜੀ ਜਿਣਸਾਂ ਦਾ ਮੰਡੀਕਰਨ ਸਟੇਟ ਸਬਜੈਕਟ ਆ। 7ਵੇਂ ਸ਼ਡਿਊਲ ਦੀ 14ਵੀਂ ਤੇ 28ਵੀਂ ਐਂਟਰੀ ਪੜ੍ਹ ਲਓ, ਸਪਸ਼ਟ ਲਿਖਿਆ ਹੋਇਆ। ਪਰ ਮੋਦੀ ਸਾਹਿਬ ਨੂੰ ਨਹੀਂ ਪੜ੍ਹਾਈ ਆਂਦੀ ਨਹੀਂ ਕਿ ਪੜ੍ਹਨਾ ਨਹੀਂ ਚਾਹੁੰਦੇ। ਦੇਖੋ, ਜਦੋਂ ਬੰਦੇ ਨੂੰ ਬਹੁਤ ਵੱਡੀ ਪੱਧਰ ਤੇ ਮੈਜੋਰਿਟੀ ਮਿਲ ਜਾਵੇ ਨਾ ਤੇ ਉਹ ਡਿਕਟੇਟਰ ਬਣ ਜਾਂਦਾ। ਡੈਮੋਕ੍ਰੇਸੀ ਦੇ ਵਿੱਚ ਡਿਕਟੇਟਰ ਬਣਿਆ ਹੋਇਆ, ਕਿਸੇ ਦੀ ਗੱਲ ਸੁਣ ਨਾ ਮੰਨਣ ਵਾਲਾ, ਉਹ ਕਹਿੰਦੇ ਆ ਅੱਤਵਾਦ ਤੋਂ ਵੀ ਮਾੜਾ। ਇਹ ਫਿਲਾਸਫਰ ਲੋਕਾਂ ਦੀ ਫਿਲਾਸਫੀ ਆ। ਪਰ ਉਹ ਤੇ ਕਿਸਾਨਾਂ ਨੂੰ ਕਹਿੰਦੇ ਜੀ ਅੱਤਵਾਦੀ। ਉਹ ਜੋ ਮਰਜ਼ੀ ਕਹੀ ਜਾਣ। ਆ ਹਰਿਆਣਾ ਛੋਟੇ ਭਰਾ ਵਾਲਾ ਰੋਲ ਅਦਾ ਕੀਤਾ ਨਾ, ਹਰਿਆਣਾ ਦੇ ਛੋਟੇ ਭਰਾ ਵਾਲਾ ਰੋਲ ਅਦਾ ਕਰਨ ਤੋਂ ਬਾਅਦ ਪੂਰੇ ਦੇਸ਼ ਦਾ ਕਿਸਾਨ, ਚਾਹੇ ਉਹ MP ਦੇ ਆ, ਚਾਹੇ ਉਹ ਰਾਜਸਥਾਨ ਦੇ ਆ, ਪੂਰੇ ਦੇਸ਼ ਦਾ ਕਿਸਾਨ ਇੱਕ ਪਲੇਟਫਾਰਮ ਤੇ ਆ ਗਿਆ। ਪਰ ਮੋਦੀ ਸਾਹਿਬ ਕਹਿੰਦੇ MP ਦੇ ਕਿਸਾਨ ਮੇਰੇ ਨਾਲ ਨੇ। ਮੋਦੀ ਸਾਹਿਬ ਦਾ ਚਾਅ ਪੂਰਾ ਕਰ ਦੇਣਗੇ, ਕਿਤੇ ਬੈਲਟ ਪੇਪਰ ਦੇ ਉੱਤੇ ਵੋਟਾਂ ਪਵਾ ਲੈਣ ਨਾ ਤੇ ਦੇਸ਼ ਦੇ ਲੋਕ ਮੋਦੀ ਐਂਡ ਕੰਪਨੀ ਦੇ ਚਾਅ ਗਿਣ ਪੂਰੇ ਕਰ ਦੇਣ। ਵੈਸੇ ਇੱਕ ਕੁਰਬਾਨੀ ਬੜੀ ਵੱਡੀ ਇਹਦੇ ਵਿੱਚ ਆਈ ਹੈ, ਬੀਬਾ ਹਰਸਿਮਰਤ ਕੌਰ ਬਾਦਲ। ਉਹ ਕਹਿੰਦੇ ਜੀ ਗੂਗਲ ਕਰ ਲਓ, ਇਤਿਹਾਸ ਫਰੋਲ ਲਓ, ਕਦੀ ਕਿਸੇ ਲੀਡਰ ਨੇ ਕਿਸਾਨੀ ਵਾਸਤੇ ਅਗਰ ਕੋਈ ਕੁਰਬਾਨੀ ਦਿੱਤੀ ਹੋਵੇ। ਬੀਬੀ ਸਹੀ ਕਹਿੰਦੀ ਹੈ, ਕੁਰਬਾਨੀ ਕਿਸੇ ਲੀਡਰ ਨੇ ਦਿੱਤੀ। ਬੀਬੀ ਕਹਿੰਦੀ ਵੀ ਮੈਂ ਕੁਰਬਾਨੀ ਦਿੱਤੀ ਹੈ। ਜੇ ਕਿਤੇ ਤੁਸੀਂ ਬੀਬੀ ਜੀ ਦੇ ਇਸ ਕੁਰਬਾਨੀ ਤੋਂ ਪਹਿਲਾਂ ਦੇ ਵੀਡੀਓ ਬੀਬੀ ਜੀ ਦੇ ਘਰ ਵਾਲੇ ਸਾਨੂੰ ਨਾ ਮਤਲਬ ਮਿਸਗਾਈਡ ਕੀਤਾ ਗਿਆ। ਆ ਬੱਚੇ ਸੀਗੇ ਨਾ, ਚੁੰਗਣੀ ਮੂੰਹ 'ਚ ਪਾਈ ਸੀ ਇਹਨਾਂ ਦੇ, ਪਤਾ ਹੀ ਕੁਝ ਨਹੀਂ ਸੀਗਾ, ਬੜੇ ਅਣਜਾਣ ਸੀਗੇ। ਸੋ ਇਸ ਕਰਕੇ ਇਹ ਪਰਿਵਾਰ ਦੀ ਕਰਤੂਤ ਚਰਿੱਤਰ ਪੂਰੀ ਦੁਨੀਆ 'ਚ ਵਸਦੇ ਦੇਸ਼ ਵਾਸੀਆਂ ਨੂੰ। ਮਜੀਠੀਆ ਸਾਹਿਬ ਕਹਿੰਦੇ ਮੈਨੂੰ ਫਕਰ ਹੈ ਕਿ ਮੇਰੀ ਭੈਣ ਨੇ ਕਿਸਾਨਾਂ ਵਾਸਤੇ ਕੁਰਬਾਨੀ ਦਿੱਤੀ ਹੈ। ਤਾਂ ਮੈਂ ਕਹਿ ਰਿਹਾ ਨਾ ਕਿ ਇਸ ਟੱਬਰ ਦਾ, ਚਾਹੇ ਉਹ ਬਾਦਲ ਫੈਮਿਲੀ ਆ ਚਾਹੇ ਮਜੀਠੀਆ ਫੈਮਿਲੀ, ਇਸ ਟੱਬਰ ਦਾ ਕਿਰਦਾਰ ਤੇ ਚਰਿੱਤਰ ਪੂਰੀ ਦੁਨੀਆ ਦੇ ਵਿੱਚੋਂ ਤਸਦੀਕ ਕਰਨਾ ਹੋਵੇ ਭਾਰਤੀਆਂ ਨੂੰ ਲੈ ਕੇ, ਸਾਡੇ ਦੇਸ਼ ਵਾਸੀ, ਤੇ ਉਹ ਤੁਰੰਤ ਤਸਦੀਕ ਕਰ ਦੇਣਗੇ ਇਹ ਟੱਬਰ ਕਿੱਦਾਂ ਦਾ ਹੈਗਾ। ਸੋ ਇਹਨਾਂ ਦੀ ਗੱਲ ਕਰਨਾ ਤਾਂ ਸਮਾਂ ਵਿਅਰਥ ਕਰਨ ਦੇ ਸਮਾਨ ਹੈ। ਇਹਨਾਂ ਨੂੰ 2022 ਦੇ ਵਿੱਚ, ਮੇਰੀ ਗੱਲ ਲਿਖ ਕੇ ਰੱਖ ਲਿਓ, 2022 ਦੇ ਵਿੱਚ ਸਿੰਗਲ ਡਿਜਿਟ ਪਾਰਟੀ, ਪਿਛਲੀ ਵਾਰੀ ਮੇਰੀ ਗੱਲ ਥੋੜੀ ਜਿਹੀ ਫਰਕ ਰਹਿ ਗਿਆ ਸੀ, ਮੈਂ 17 'ਚ ਵੀ ਸਿੰਗਲ ਡਿਜਿਟ ਪਾਰਟੀ ਕਿਹਾ ਸੀ, ਪਰ ਇਹ 14-15 ਤੇ ਆ ਗਿਆ ਸੀ। ਹੁਣ ਸਿੰਗਲ ਡਿਜਿਟ ਪਾਰਟੀ ਕੋਰੇ ਸਟਾਮ ਦੇ ਉੱਤੇ ਮੇਰੇ ਤੋਂ ਲਿਖ ਕੇ ਲੈ ਲਓ। ਇਹ ਚੁਟਾਲਾ ਪੈਟਰਨ ਦੇ ਉੱਤੇ ਤੁਰੇ ਹੋਏ ਲੋਕ ਸੀਗੇ, ਜੋ ਹਾਲ ਤੇ ਹਸ਼ਰ ਅਬੇ ਚੁਟਾਲਾ ਕੰਪਨੀ ਦਾ ਹੋਇਆ ਨਾ ਹਰਿਆਣੇ ਦੇ ਵਿੱਚ, ਇਹਨਾਂ ਦਾ ਹਾਲ ਤੇ ਹਸ਼ਰ ਪੰਜਾਬ ਦੇ ਵਿੱਚ ਲੋਕਾਂ ਨੇ ਉਦੋਂ ਵੀ ਭੈੜਾ ਤੇ ਮਾੜਾ ਕਰਨਾ। ਕਿਸਾਨੀ ਅੰਦੋਲਨ 'ਚ ਸਿਆਸਤਦਾਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਿਆ। ਇਹ ਸਹੀ ਸਟੈਪ ਹੈ ਕਿ ਗਲਤ ਹੈ? ਸਹੀ ਹੈ। ਪਰ MP ਸਾਹਿਬ ਕਹਿ ਰਹੇ ਨੇ ਜੀ ਕਿ ਜਿਹੜੇ ਰਵਨੀਤ ਬਿੱਟੂ, ਉਹਨਾਂ ਦਾ ਸਿੱਧਾ ਬਿਆਨ ਹੈ ਕਿ ਜਿਹੜੇ ਕਿਸਾਨਾਂ ਦੇ ਜਿਹੜੇ ਪ੍ਰਧਾਨ ਨੇ ਇਹ ਹੀ ਗਲਤ ਕਰ ਰਹੇ ਨੇ। ਦੇਖੋ, ਇਹਦੇ ਵਿੱਚ ਦੋ ਪੱਖ ਹੈਗੇ ਆ। ਪਹਿਲਾ ਪੱਖ ਇਹ ਆ ਕਿ ਕਿਸੇ ਨੂੰ ਕਿਸਾਨ ਸੰਘਰਸ਼ ਕਮੇਟੀ ਦੇ ਫੈਸਲਿਆਂ ਦੇ ਉੱਤੇ ਨੁਕਤਾਚੀਨੀ ਕਰਨ ਦਾ ਕੋਈ ਅਧਿਕਾਰ, ਹੱਕ ਨਹੀਂ। ਬੜੀ ਸੂਝਵਾਨਤਾ ਦੇ ਨਾਲ, ਮੈਂ ਕਾਇਲ ਹਾਂ ਉਹਨਾਂ ਦੀ ਸੂਝਵਾਨਤਾ ਦਾ। ਤੁਸੀਂ ਦੇਖੋ, ਉਹਨਾਂ ਨੇ ਸੁਲਝਦਾ ਰੱਖਿਆ ਪੰਜਾਬ ਦੇ ਅੰਦਰ, ਅੰਦੋਲਨ ਨੂੰ ਸੁਲਝਾਈ ਰੱਖਿਆ। ਜਦੋਂ ਕਿਸਾਨ ਨੇ ਆਪਣੀ ਖੇਤੀ ਸਾਂਭ ਲਈ ਹੈ ਨਾ, ਫਸਲ ਸਾਂਭ ਲਈ, ਉਹਨਾਂ ਨੇ ਇਹਦੇ 'ਚ ਉਛਾਲ ਲੈ ਕੇ ਆਉਂਦਾ। ਇਹ ਸੂਝਵਾਨਤਾ ਦੀ ਨਿਸ਼ਾਨੀ ਹੈ।
ਸਾਨੂੰ ਕੀ ਅਧਿਕਾਰ, ਕਿਸੇ ਪਾਰਲੀਮੈਂਟ ਮੈਂਬਰ, ਕਿਸੇ ਮੰਤਰੀ ਨੂੰ ਕੀ ਅਧਿਕਾਰ ਵੀ ਉਹ ਕਿਸਾਨ ਆਗੂਆਂ ਦੇ ਵਰਖਲਾਫ ਕੋਈ ਨੁਕਤਾਚੀਨੀ ਕਰੇ। ਸੈਕੰਡ, ਉਹ ਜੰਤਰ ਮੰਤਰ ਤੇ ਬੈਠੇ ਆ, ਸਾਡੇ ਪੰਜਾਬ ਤੋਂ ਚੁਣ ਕੇ ਗਏ ਹੋਏ ਪਾਰਲੀਮੈਂਟ ਦੇ ਮੈਂਬਰ ਆ, ਉਹ ਦੁਨੀਆ ਦਾ ਧਿਆਨ ਇਸ ਅੰਦੋਲਨ ਦੇ ਉੱਤੇ ਕੇਂਦਰਿਤ ਕਰਾ ਰਹੇ ਆ। ਇਹ ਐਪਰੀਸ਼ੀਏਟੇਬਲ ਆ। ਜਿਹੜਾ ਉਹ ਬੈਠੇ ਆ ਕੜਕ ਦੀ ਸਰਦੀ ਦੇ ਵਿੱਚ, ਮੈਂ ਕੋਈ ਨਿੰਦਾ ਨਹੀਂ ਗਾ, ਉਹ ਦੁਨੀਆ ਦਾ ਧਿਆਨ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇਸ ਅੰਦੋਲਨ ਦੇ ਉੱਤੇ ਕੇਂਦਰਿਤ ਕਰਨ ਲਈ ਚੰਗੀ ਗੱਲ ਆ। ਪਰ ਉਹ ਨੁਕਤਾਚੀਨੀ ਕਰਨ ਕਿਸਾਨ ਲੀਡਰਸ ਦੀ, ਜਿਹੜੇ ਸੂਝਵਾਨਤਾ ਦੇ ਨਾਲ ਲੱਖਾਂ ਲੋਕਾਂ ਦੇ ਅੰਦੋਲਨ ਨੂੰ ਰਨ ਕਰ ਰਹੇ, ਗਲਤ ਹੈਗਾ। ਪਰ ਉਹ ਐਮਪੀ ਸਾਹਿਬ ਦੀ ਕੁਝ ਵੀਡੀਓ ਵੀ ਵਾਇਰਲ ਹੁੰਦੀ ਹੈ, ਕਹਿੰਦੇ ਜੀ ਚਿਕਨ ਲੈ ਆਓ, ਇਹ ਕਰ ਲਓ, ਇਦਾਂ ਦੀ। ਚਲੋ ਹੁਣ ਖਾਣ ਪੀਣ ਦੇ ਉੱਤੇ ਚਿਕਨ ਜਾਂ ਦੂਜੀਆਂ ਤੀਜੀਆਂ ਗੱਲਾਂ, ਗੁਰੂ ਦੀ ਕਿਰਪਾ ਆ ਜਿਹੜਾ ਮਾਹੌਲ ਹੈਗਾ, ਇਸ ਮਾਹੌਲ ਦੇ ਵਿੱਚ ਮੇਰਾ ਖਿਆਲ ਦੁਨੀਆ ਦੀ ਕੋਈ ਚੀਜ਼ ਤੇ ਦੁਨੀਆ ਦਾ ਕੋਈ ਉਹ ਸੱਜਣ ਜਿਹੜਾ ਆਪਣੇ ਆਪ ਨੂੰ ਦਾਨੀ ਕਹਾਉਂਦਾ ਤੇ ਉਹ ਇੱਥੇ ਪਾਰਟਿਸਿਪੇਟ ਨਾ ਕਰ ਰਿਹਾ ਹੋਵੇ, ਉਹ ਆਪਣੇ ਪੱਲਿਓਂ। ਤੁਸੀਂ ਹੁਣ ਭਵਿੱਖ 'ਚ ਇੱਥੇ ਖੁਦ ਆਓਗੇ? ਮੈਂ 25, 26, 27 ਪਹਿਲਾਂ ਸਟਾਰਟਿੰਗ ਦੇ ਵਿੱਚ ਉਦਣ, ਫਿਰ ਵਿੱਚ 2 ਦਿਨ, ਕੱਲ ਟਿੱਕਰੀ, ਕੱਲ ਦਾ ਦਿਨ ਤੇ ਰਾਤ, ਅੱਜ ਇੱਥੇ ਹੈਗੇ ਆ। ਇਹ ਅੰਦੋਲਨ ਯਾਰ ਜਿਹੜਾ ਇਹ ਤੀਰਥ ਯਾਤਰਾ। ਮੈਂ ਲੁਧਿਆਣੇ ਦੀ ਤੁਹਾਨੂੰ ਗੱਲ ਦੱਸ ਦਿੰਦਾ। ਲੁਧਿਆਣੇ ਦੇ ਵਿੱਚ ਉਹ ਇੰਡਸਟਰੀਲਿਸਟ ਤੇ ਵਪਾਰੀ ਜਿਨ੍ਹਾਂ ਦਾ ਕਿਸਾਨੀ ਤੇ ਖੇਤੀਬਾੜੀ ਨਾਲ ਕੋਈ ਦੂਰ ਦਾ ਵਿਵਾਹ ਵਾਸਤਾ ਨਹੀਂ, ਜਿਨ੍ਹਾਂ ਨੂੰ ਨਹੀਂ ਪਤਾ ਵੀ ਖੇਤੀ ਹੁੰਦੀ ਕਿੱਦਾਂ, ਉਹਨਾਂ ਦੇ ਬੱਚੇ ਬੱਸਾਂ ਭਰ ਕੇ ਇੱਥੇ ਆ ਰਹੇ ਆ। ਇਹ ਤੀਰਥ ਬਣ ਚੁੱਕਿਆ, ਇਹ ਧਾਰਮਿਕ ਯਾਤਰਾ ਬਣ ਚੁੱਕੀ ਆ। ਜਿਹੜਾ ਬੰਦਾ ਜਿਸਮਾਨੀ ਤੌਰ ਤੇ ਕਿਸੇ ਕਾਰਨ ਵਸ ਨਹੀਂ ਆ ਸਕਿਆ, ਉਹ ਮਾਨਸਿਕ ਤੌਰ ਤੇ ਦਿਲੋਂ ਜੁੜਿਆ ਹੋਇਆ ਇੱਥੇ। ਲੀਡਰ ਨਹੀਂ ਮੱਥਾ ਟੇਕ ਸਕਦੇ ਇੱਥੇ? ਲੀਡਰਾਂ ਨੂੰ, ਚੋਰ ਨੂੰ ਆਪਣਾ ਡਰ ਸਤਾਉਂਦਾ, ਚੋਰ ਨੂੰ ਆਪਣਾ ਪਾਲਾ ਮਾਰਦਾ। ਜਿਨ੍ਹਾਂ ਨੇ ਗਲਤ ਕੀਤਾ ਨਾ ਪਿਛੋਕੜ ਦੇ ਵਿੱਚ, ਤੇ ਉਹਨਾਂ ਨੂੰ ਇੱਥੋਂ ਡਰ ਲੱਗਦਾ ਵੀ ਲੋਕ ਸਾਡੀ ਬਾਹ ਫੜ ਕੇ ਪੁੱਛਣਗੇ ਵੀ ਓਏ ਤੇਰੀ ਪਾਰਟੀ ਦਾ ਸਟੈਂਡ ਕੀ ਸੀ ਤੇ ਤੇਰਾ ਸਟੈਂਡ ਕੀ ਸੀ, ਅੱਜ ਕਿੱਥੇ ਤੁਰਿਆ ਫਿਰਦਾ। ਉਹਨਾਂ ਨੂੰ ਆਪਣਾ ਡਰ ਸਤਾ ਰਿਹਾ। ਅਸੀਂ ਸਰਦਾਰ ਸਿਮਰਨਜੀਤ ਸਿੰਘ ਬਾਂਸ ਜਿਹਨਾਂ ਨਾਲ ਗੱਲਬਾਤ ਕੀਤੀ ਹੈ, ਤੇ ਸਿੱਧੇ ਤੌਰ ਤੇ ਅਗਰ ਗੱਲ ਕਰੀਏ ਤਾਂ ਸਿਆਸਤ ਦੇ ਰਸਤੇ ਕੁਝ ਘਟੇ ਜ਼ਰੂਰ ਨੇ, ਲੇਕਿਨ ਉਹਨਾਂ ਕਹਿਣਾ ਕਿ ਅੱਜ ਲੀਡਰਾਂ ਦੇ ਅੰਦਰ ਦਾ ਜਿਹੜਾ ਡਰ ਹੈ ਉਹ ਉਹਨਾਂ ਨੂੰ ਸਤਾ ਰਿਹਾ ਹੈ। ਆਉਣਾ ਚਾਹੁੰਦੇ ਨੇ, ਲੇਕਿਨ ਇੱਕੋ ਹੀ ਸਵਾਲ ਹੈ ਕਿ ਆਖਿਰਕਾਰ ਉਹਨਾਂ ਦੀ ਪਾਰਟੀ ਦਾ ਸਟੈਂਡ ਕੀ ਸੀ। ਤਾਂ ਕੇਜਰੀਵਾਲ ਵੱਲੋਂ ਕੀਤੇ ਗਏ ਬਿੱਲ ਫਾੜਨ ਦੇ ਇੱਕ ਕਾਨੂੰਨ ਨੂੰ ਉਹਨਾਂ ਨੇ ਸਿਰੇ ਤੇ ਨਕਾਰਿਆ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ ਟੀਵੀ, ਸਿੰਘੂ ਬਾਰਡਰ।